ਅੱਜ ਐਲਾਨ ਹੋਇਆ ਵੀ ਹਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਬੰਦੇ ਲਿੱਤੇ ਜਾਣਗੇ। ਉਹਦਾ ਟਰਮ ਕੀ ਹੋਊਗਾ, ਕਿੰਨੀ ਦੇਰ ਦੀ ਹੋਊਗੀ, ਕਮੇਟੀ ਖੁੱਲੀ ਨਹੀਂ ਹੋਣੀ ਚਾਹੀਦੀ। ਜੇ ਐਮਐਸਪੀ ਦਿਵਾਉਣੀ ਆ ਤੇ ਜਲਦੀ ਤੋਂ ਜਲਦੀ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਕਰਜ਼ਾ ਬਹੁਤ ਜ਼ਿਆਦਾ ਕਿ ਕਿਸਾਨੀ ਬਹੁਤ ਮਾੜੇ ਹਾਲ 'ਚ ਬਿਨਾਂ ਐਮਐਸਪੀ ਤੋਂ ਉੱਠ ਨਹੀਂ ਸਕਦੀ। ਜੇ ਕੋਈ ਇਹ ਸੋਚ ਸਕਦਾ ਵੀ ਆਮ ਘਰਾਂ ਦਾ ਬੰਦਾ ਵੀ ਸਿਆਸਤ ਜਾ ਸਕਦਾ ਤਾਂ ਬਹੁਤ ਵੱਡੀ ਗੱਲ ਆ, ਨਹੀਂ ਤਾਂ ਦਿਮਾਗੀ ਤੌਰ ਤੇ ਸਾਨੂੰ ਤਾਂ ਇਹੀ ਹੁੰਦਾ ਵੀ ਜਿਹੜੇ ਲਾਲ ਬੱਤੀਆਂ ਵਾਲੇ ਘੁੰਮਦੇ ਆ ਵੱਡੇ ਘਰਾਂ ਦੇ ਹੁੰਦੇ ਨੇ। ਕਾਦੀਆਂ ਜਾਣਗੇ ਸਿਆਸਤ 'ਚ? ਲੋਕਾਂ ਦੇ ਦਿਲਾਂ 'ਚ ਵਸਣਾ ਜ਼ਿਆਦਾ ਇੰਪੋਰਟੈਂਟ ਆ, ਸਿਆਸਤ ਜਾਣਾ ਇੰਨਾ ਇੰਪੋਰਟੈਂਟ ਨਹੀਂ। ਸਿਆਸਤ ਨਹੀਂ ਹੈ, ਵਿਚਾਰ ਨੇ। ਅਲੱਗ-ਅਲੱਗ ਵਿਚਾਰ ਹੁੰਦੇ ਆ, ਅਲੱਗ-ਅਲੱਗ ਵਿਚਾਰ ਕਰਕੇ ਉਹ ਤੇ ਇੱਕ ਕੰਟੈਂਟ ਬਣਾਉਣਾ ਪੈਂਦਾ, ਇੱਕ ਜਗ੍ਹਾ ਸੈਂਟਰਲਾਈਜ਼ ਕਰਨੀ ਪੈਂਦੀ ਹੈ ਤੇ ਸਾਂਝ ਤੌਰ ਤੇ ਫੈਸਲਾ ਲਿੱਤਾ ਜਾਣਾ ਚਾਹੀਦਾ ਤੇ ਲਿੱਤਾ ਜਾਣਾ ਆ ਰਹੇ ਨੇ ਤੇ ਲਵਾਂਗੇ। ਬੂਟਾ ਸਿੰਘ ਸ਼ਾਦੀਪੁਰ ਕਹਿੰਦੇ ਮੰਗਾ ਮੰਨੇ ਜਾਣ ਤੋਂ ਬਾਅਦ ਵਾਪਸ ਚਲੇ ਜਾਣਾ ਚਾਹੀਦਾ ਹੈ। ਡੱਲੇਵਾਲ ਸਾਹਿਬ ਕਹਿੰਦੇ ਕਿ ਮੇਰੀ ਇੱਕ ਵੀ ਟਰਾਲੀ ਵਾਪਸ ਨਹੀਂ ਜਾਊਗੀ। ਹਰਮੀਤ ਕਾਦੀਆਂ ਕੀ सोचते हैं? सियासत में भूचाल उठा ही रहता है, ये पंजाब है साहिब, दिल्ली तो नहीं। ते सियासत चल रही है, मोर्चे दे अंदर भी सियासत चल रही है। वापस जान नूं लैके कुछ क जथेबंदियां आख रही ने कि वापस चले जाना चाहिए है जदों MSP दे उत्ते कमेटी बन जाती है, ते कुछ कह रही ने इत्थे रुकना चाहिए जदों तक कमेटी काम करेगी। साडे नाल हरमीत सिंह कादियां ने। कादियां साहब स्वागत है प्रो पंजाब TV। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਾਦੀਆਂ ਸਾਹਿਬ, ਮੋਰਚੇ ਦੇ ਅੰਦਰ ਵੀ ਇੱਕ ਸਿਆਸਤ ਚੱਲ ਰਹੀ ਹੈ। ਕੁਝ ਜਥੇਬੰਦੀਆਂ ਕਹਿ ਰਹੀਆਂ ਵਾਪਸ ਚਲੇ ਜਾਣਾ ਚਾਹੀਦਾ ਜਦੋਂ ਤੱਕ ਕਮੇਟੀ ਕੰਮ ਕਰੇਗੀ, ਬਾਕੀ ਮੰਗਾਂ ਮੰਨੇ ਜਾਣ ਤੋਂ ਬਾਅਦ। ਤੁਹਾਡਾ ਕੀ ਪੁਆਇੰਟ ਆਫ ਵਿਊ ਹੈ? ਸਿਆਸਤ ਨਹੀਂ ਹੈ, ਵਿਚਾਰ ਨੇ। ਅਲੱਗ-ਅਲੱਗ ਵਿਚਾਰ ਹੁੰਦੇ ਆ, ਅਲੱਗ-ਅਲੱਗ ਵਿਚਾਰ ਕਰਕੇ ਉਹ ਤੇ ਇੱਕ ਕੰਟੈਂਟ ਬਣਾਉਣਾ ਪੈਂਦਾ, ਇੱਕ ਜਗ੍ਹਾ ਸੈਂਟਰਲਾਈਜ਼ ਕਰਨੀ ਪੈਂਦੀ ਹੈ ਤੇ ਸਾਂਝ ਤੌਰ ਤੇ ਫੈਸਲਾ ਲਿੱਤਾ ਜਾਣਾ ਚਾਹੀਦਾ ਤੇ ਲਿੱਤਾ ਜਾਣਾ ਆ ਰਹੇ ਨੇ ਤੇ ਲਵਾਂਗੇ। ਵਿਚਾਰ ਭਿੜਦੇ ਨੇ, ਇਨਕਲਾਬ ਪੈਦਾ ਹੁੰਦਾ, ਇਨਕਲਾਬ ਪੈਦਾ ਹੁੰਦਾ, ਸਿਆਸਤ ਪੈਦਾ ਹੁੰਦੀ। ਕਹਿ ਸਕਦਾ ਜਥੇਬੰਦੀਆਂ 'ਚ ਇਨਕਲਾਬ ਦੀ ਗੱਲ ਨਹੀਂ, ਹਾਲੇ ਵਿਚਾਰ ਭਿੜਦੇ ਆ। ਵਿਚਾਰਾਂ ਨੂੰ ਸਾਂਝ 'ਚ ਕਨਵਰਟ ਕਰਨ ਨੂੰ ਇੱਕ ਸੰਯੁਕਤ ਮੋਰਚਾ ਸਾਬਤ ਹੋਇਆ ਵੀ ਇੱਕ ਵਿਚਾਰ ਅਲੱਗ-ਅਲੱਗ ਵੀ ਸੀ ਤਾਂ ਇੱਕ ਸਾਂਝ ਤੇ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋਏ ਆ। ਮਿਨੀਮਮ ਪ੍ਰੋਗਰਾਮ ਨੂੰ ਆਪਾਂ ਜਿੱਤ ਵਾਲੇ ਪਾਸੇ ਲੈ ਕੇ ਜਾ ਰਹੇ ਆ ਤੇ ਉਹ ਮੰਗਾਂ ਸਾਰੀਆਂ ਤਕਰੀਬਨ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ। ਜਿੱਦਾਂ ਦੇ ਪਿੱਛੇ ਦੇ ਸਮੀਕਰਨ ਰੋਜ਼-ਰੋਜ਼ ਆਪਾਂ PC ਦੇਖ ਰਹੇ ਆ ਉੱਪਰ ਗਵਰਨਮੈਂਟ ਦੀਆਂ, ਸੈਂਟਰਲ ਗਵਰਨਮੈਂਟ ਦੀਆਂ, ਤੇ ਜਿਹੜੀਆਂ ਅਸੀਂ ਖੁੱਲੀ ਚਿੱਠੀ ਲਿਖੀ ਆ ਉਹਦੇ ਤੇ ਇੱਕ-ਇੱਕ, ਦੋ-ਦੋ, ਤਿੰਨ-ਤਿੰਨ ਕਰਕੇ ਹਾਲੇ ਸਾਂਝ ਜਿਵੇਂ ਛੱਡਦੇ ਹੁੰਦੇ ਆ ਤੇ ਇੱਕ-ਇੱਕ ਮੰਗਾਂ ਮੰਨੀ ਜਾ ਰਹੀਆਂ ਤੇ ਆਉਣ ਵਾਲੇ ਸਮੇਂ 'ਚ ਦੇਖਦੇ ਆ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਆ ਪਾਰਲੀਮੈਂਟ ਦੇ, ਕਿਉਂਕਿ ਜਦ ਤੱਕ ਇਹ ਬਿੱਲ ਪਾਰਲੀਮੈਂਟ 'ਚ ਬਣੇ ਆ ਤੇ ਮੈਂ ਇਹ ਸਮਝਦਾ ਵੀ ਜਦ ਤੱਕ ਉਹ ਵੇਟ ਐਂਡ ਵਾਚ ਦੀ ਕੰਡੀਸ਼ਨ ਆ ਵੀ ਪਾਰਲੀਮੈਂਟ 'ਚ ਹੋਰ ਰਿਪੀਲ ਹੋਣੇ ਚਾਹੀਦੇ ਨੇ। ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਮੰਗਾਂ। ਫਿਰ ਜੇ ਮੰਗਾਂ ਪੂਰੀਆਂ ਹੁੰਦੀਆਂ ਨੇ, ਕਮੇਟੀ ਬਣ ਕੇ ਕੰਮ ਹੁੰਦਾ ਹੈ MSP ਦੇ ਕਾਨੂੰਨ ਦੇ ਉੱਤੇ, ਤੁਹਾਨੂੰ ਲੱਗਦਾ ਵਾਪਸ ਚਲੇ ਜਾਣਾ ਚਾਹੀਦਾ? ਕੁਝ ਕਿਸਾਨਾਂ ਕੋ ਕਹਿੰਦੇ ਅੰਦੋਲਨ ਮੁਲਤਵੀ ਕਰ ਦੇਣਾ ਚਾਹੀਦਾ ਹੈ ਜਦੋਂ ਤੱਕ ਕਮੇਟੀ ਕੰਮ ਕਰੇਗੀ। ਤੁਹਾਨੂੰ ਕੀ ਲੱਗਦਾ? ਮੈਂ ਇਹ ਸਮਝਦਾ ਵੀ ਕਮੇਟੀ ਕਿਸ ਤਰ੍ਹਾਂ ਦੀ ਬਣਦੀ ਆ, ਇਹ ਬੜਾ ਇੰਪੋਰਟੈਂਟ ਆ। ਕਮੇਟੀ ਦਾ ਫਾਰਮ ਕੀ ਬਣਦਾ, ਕਿ ਸਾਡੇ ਜਿਵੇਂ ਅੱਜ ਐਲਾਨ ਹੋਇਆ ਵੀ ਹਾਂ ਕਿਸਾਨ ਜਥੇਬੰਦੀਆਂ ਵੱਲੋਂ ਵੀ ਬੰਦੇ ਲਿੱਤੇ ਜਾਣਗੇ। ਉਹਦਾ ਟਰਮ ਕੀ ਹੋਊਗਾ, ਕਿੰਨੀ ਦੇਰ ਦੀ ਹੋਊਗੀ, ਕਮੇਟੀ ਖੁੱਲੀ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਕਿਸਾਨਾਂ ਦੀ ਬਹੁਤ ਦੇਰ ਦੀ ਮੰਗ ਆ ਤੇ ਪੂਰੇ ਭਾਰਤ ਦੇ ਵਿੱਚ ਜੇ MSP ਦਿਵਾਉਣੀ ਆ ਤੇ ਜਲਦੀ ਤੋਂ ਜਲਦੀ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਕਰਜ਼ਾ ਬਹੁਤ ਜ਼ਿਆਦਾ ਕਿ ਕਿਸਾਨੀ ਬਹੁਤ ਮਾੜੇ ਹਾਲ 'ਚ ਬਿਨਾਂ MSP ਤੋਂ ਉੱਠ ਨਹੀਂ ਸਕਦੀ। ਤਾਂ ਜਦੋਂ ਆਪਾਂ ਨੂੰ ਆਪਣੇ ਪੰਜਾਬ ਹਰਿਆਣੇ ਦੀ MSP ਭੱਜਦੀ ਨਜ਼ਰ ਆਈ ਸੀ ਤਾਂ ਆਪਾਂ ਭੱਜ ਕੇ ਸੜਕਾਂ ਦੇ ਉੱਤੇ ਚੜ੍ਹੇ ਆ ਤੇ ਆਪਾਂ ਇਹ ਮੋਰਚੇ ਵੱਲ ਲੈ ਕੇ ਆਏ ਆ ਤੇ ਉਹਨੂੰ ਸਥਿਰ ਬਣਾਉਣਾ ਅਗਲੇ ਸਮੇਂ ਵਾਸਤੇ ਬਹੁਤ ਜ਼ਰੂਰੀ ਆ। ਉਹ ਕਮੇਟੀ ਦਾ ਫਾਰਮ ਕੀ ਬਣਦਾ ਉਹਦੇ ਤੇ ਪੁਆਇੰਟ ਆਫ ਫੇਥ ਹੋਣਗੇ। ਵਿਚਾਰ ਜਿਵੇਂ ਤੁਸੀਂ ਕਿਹਾ ਅਲੱਗ-ਅਲੱਗ ਹੁੰਦੇ ਸੀ, ਉਹ ਵਿਚਾਰ ਅਲੱਗ-ਅਲੱਗ ਤਰੀਕੇ ਨਾਲ ਜਿਹੜੇ ਪੇਸ਼ ਕੀਤੇ ਜਾਣਗੇ, ਕਿਹੜਾ ਇੱਕ ਕੰਟੈਂਟ ਬਣੂਗਾ ਉਹ ਸਾਹਮਣੇ ਆ ਜਾਊਗਾ। ਬੂਟਾ ਸਿੰਘ ਸ਼ਾਦੀਪੁਰ ਕਹਿੰਦੇ ਮੰਗਾ ਮੰਨੇ ਜਾਣ ਤੋਂ ਬਾਅਦ ਵਾਪਸ ਚਲੇ ਜਾਣਾ ਚਾਹੀਦਾ ਹੈ। ਡੱਲੇਵਾਲ ਸਾਹਿਬ ਕਹਿੰਦੇ ਕਿ ਮੇਰੀ ਇੱਕ ਵੀ ਟਰਾਲੀ ਵਾਪਸ ਨਹੀਂ ਜਾਊਗੀ। ਹਰਮੀਤ ਕਾਦੀਆਂ ਕੀ ਸੋਚਦੇ ਨੇ? ਮੈਂ ਸੋਚਦਾ ਵੀ ਜਿਹੜੇ ਏਕਤਾ ਰਹਿਣੀ ਚਾਹੀਦੀ ਆ। ਜਦੋਂ ਕੋਈ ਪੰਚਾਇਤੀ ਫੈਸਲਾ ਹੁੰਦਾ ਉਹ ਪੰਚਾਇਤੀ ਫੈਸਲਾ ਮੰਨ ਲੈਣਾ ਚਾਹੀਦਾ। 5 ਪਿਆਰੇ ਬਣਾਏ ਸੀ ਗੁਰੂ ਸਾਹਿਬ ਨੇ, ਉਹ 5 ਪਿਆਰੇ ਫੈਸਲਾ ਲੈਣ ਨੂੰ ਬਣਾਏ ਸੀ। ਜਿੱਦਾਂ ਦਾ ਵੀ ਫੈਸਲਾ 5 ਪਿਆਰੇ ਲੈ ਲੈਂਦੇ ਸੀ ਉਸ ਤੋਂ ਬਾਅਦ ਉਹ ਸਾਰੇ ਆਪਣੇ ਕੌਮ ਨੂੰ ਮਨਜ਼ੂਰ ਹੁੰਦਾ ਸੀ। ਤੇ ਜੇ ਪੰਚਾਇਤ ਬੈਠਦੀ ਆ ਪੰਚਾਇਤੀ ਫੈਸਲੇ ਦੇ ਵਿੱਚ, ਪੰਚਾਇਤ ਦਾ ਫੈਸਲਾ ਵੱਡਾ ਹੁੰਦਾ, ਨਾ ਕਿ ਇੱਕ ਬੰਦੇ ਦਾ ਫੈਸਲਾ ਵੱਡਾ ਹੁੰਦਾ। ਜਿਹੜਾ ਵੀ ਪੰਚਾਇਤ ਫੈਸਲਾ ਕਰੂ ਸਾਨੂੰ ਉਹ ਸਤਿਕਾਰ ਹੋਊਗਾ। ਪੰਜਾਬ ਦੇ ਲੋਕ ਕਹਿ ਰਹੇ ਆ ਕਿ ਅੰਦੋਲਨ ਨੇ ਸਮਾਜਿਕ ਕ੍ਰਾਂਤੀ ਪੈਦਾ ਕੀਤੀ ਹੈ, ਹੁਣ ਰਾਜਨੀਤਿਕ ਕ੍ਰਾਂਤੀ ਦੀ ਵੀ ਲੋੜ ਹੈ। ਹਰਮੀਤ ਕਾਦੀਆਂ ਨੂੰ ਕੀ ਲੱਗਦਾ? ਹਾਲੇ ਸਮਾਜਿਕ ਕ੍ਰਾਂਤੀ ਅਸੀਂ ਪੈਦਾ ਕੀਤੀ ਆ ਤੇ ਇਸ ਅੰਦੋਲਨ ਨੂੰ ਅਸੀਂ ਗੌਰ ਨਾਲ ਚਲਾਇਆ, ਸਬਰ ਸੰਤੋਖ ਨਾਲ, ਸਾਰਿਆਂ ਨੇ ਰਲ ਕੇ। ਇਕੱਲੇ ਕਿਸਾਨੀ ਮੁੱਦੇ ਲੈ ਕੇ ਆਏ ਸੀ, ਆਵਾਮ ਦਾ ਮੁੱਦਾ ਬਣਿਆ। ਆਵਾਮ ਨੇ, ਹਰ ਵੀਰ ਨੇ, ਹਰ ਭਰਾ ਨੇ, ਹਰ ਮਾਂ ਨੇ, ਹਰ ਸਾਡੇ ਭੈਣ ਨੇ ਇਹਦੇ ਵਿੱਚ ਸਹਿਯੋਗ ਦਿੱਤਾ। ਇਹ ਆਪਾਂ ਪਹਿਲਾਂ ਨਜਿੱਠੀਏ। ਇਹੋ ਜਿਹੀਆਂ ਗੱਲਾਂ ਖੁੰਡਾਂ ਤੇ ਹੋਣ ਲੱਗ ਗਈਆਂ, ਪ੍ਰੈਸ 'ਚ ਹੋਣ ਲੱਗ ਗਈਆਂ, ਇਹ ਵਧੀਆ ਗੱਲ ਆ।
ਜੇ ਕੋਈ ਇਹ ਸੋਚ ਸਕਦਾ ਵੀ ਆਮ ਘਰਾਂ ਦਾ ਬੰਦਾ ਵੀ ਸਿਆਸਤ ਜਾ ਸਕਦਾ ਤਾਂ ਬਹੁਤ ਵੱਡੀ ਗੱਲ ਆ। ਨਹੀਂ ਤਾਂ ਦਿਮਾਗੀ ਤੌਰ ਤੇ ਸਾਨੂੰ ਤਾਂ ਇਹੀ ਹੁੰਦਾ ਵੀ ਜਿਹੜੇ ਲਾਲ ਬੱਤੀ ਵਾਲੇ ਘੁੰਮਦੇ ਆ, ਵੱਡੇ ਘਰਾਂ ਦੇ ਹੁੰਦੇ ਨੇ, ਕਾਰਖਾਨੇਦਾਰ ਹੁੰਦੇ ਆ, ਵੱਡੇ ਵੱਡੇ ਇੰਡਸਟਰੀਅਲਿਸਟ ਹੁੰਦੇ ਆ, ਵੀ ਉਹਨਾਂ ਦੇ ਰਾਜ ਹੁੰਦੇ ਆ। ਆਮ ਬੰਦੇ ਦੀ ਗੱਲ ਕਿੱਥੇ ਸੁਣੀ ਜਾਂਦੀ ਹੈ। ਜੇ ਇਹ ਜੋਸ਼ ਪੈਦਾ ਆਪਣੇ ਯੂਥ 'ਚ ਹੋ ਜੇ ਤਾਂ ਚੰਗੀ ਗੱਲ ਆ, ਨਹੀਂ ਤਾਂ ਬਾਹਰ ਨੂੰ ਭੱਜ ਰਿਹਾ ਯੂਥ। ਹਰਮੀਤ ਕਾਦੀਆਂ ਜਾਣਗੇ ਸਿਆਸਤ 'ਚ? ਇਹ ਹਾਲੇ ਕੋਈ ਯਕੀਨ ਨਹੀਂ ਹੁੰਦਾ ਕਿਸੇ ਦਾ ਕਦੋਂ ਜਾਂਦਾ ਕਦੋਂ ਨਹੀਂ। ਹਾਲੇ ਅੰਦੋਲਨ ਦੇ ਵਿੱਚ ਆ। ਅਸੀਂ ਜਥੇਬੰਦੀ ਦਾ ਪ੍ਰਧਾਨ ਆ ਪੰਜਾਬ ਦਾ, ਉਹ ਚਲਾ ਰਹੇ ਆ। ਸਾਡੀਆਂ ਉਹ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਤੇ ਜੇ ਕੋਈ ਫੈਸਲਾ ਨਿੱਜੀ ਹੁੰਦਾ, ਨਿੱਜੀ ਤੌਰ ਤੇ ਫੈਸਲਾ ਇੱਕ ਜਥੇਬੰਦੀ ਦਾ ਪ੍ਰਧਾਨ ਨਹੀਂ ਲੈ ਸਕਦਾ। ਉਹ ਜਥੇਬੰਦੀ ਦੇ ਵਿੱਚ ਹੋਊ। 20 ਸਾਡੇ ਜ਼ਿਲ੍ਹਾ ਪ੍ਰਧਾਨ ਨੇ, 8 ਮੈਂਬਰ ਕਮੇਟੀ ਨੇ ਜਿਹੜੇ ਉਹ ਸਾਰਾ ਫੈਸਲਾ ਲੈ ਕੇ ਲੈ ਸਕਦੇ ਆ, ਕਿਉਂਕਿ ਹਾਲੇ ਤੱਕ ਇਸ ਇਲੈਕਸ਼ਨ ਬਾਰੇ ਨਾ ਕਿ ਸੋਚਿਆ ਸੀ, ਨਾ ਲੜੀ ਸੀਗੀ ਤੇ ਨਾ ਇਸ ਪਾਸੇ ਗਏ ਸੀ। ਤੇ ਇਦਾਂ ਦੇ ਫੈਸਲੇ ਸੌਖੇ ਨਹੀਂ ਹੁੰਦੇ। ਕਹਿਣਾ ਇੱਕ ਗੱਲਾਂ ਆਪਣਾ ਕਰਨਾ ਤੇ ਕੁਐਸਚਨ ਕਰਨਾ ਸੌਖਾ ਹੁੰਦਾ। ਜਥੇਬੰਦੀ ਵੱਲੋਂ ਪਾਸ ਕਰਾਉਣਾ, ਜਥੇਬੰਦੀ ਦਾ ਕੀ ਵਿਚਾਰ ਆ, ਇਕੱਲਾ ਇੱਕ ਹਰਮੀਤ ਕਾਦੀਆਂ ਦਾ ਵਿਚਾਰ ਇੱਥੇ ਕੰਮ ਨਹੀਂ ਕਰ ਸਕਦਾ। ਜਥੇਬੰਦੀ ਦਾ ਵਿਚਾਰ ਕੰਮ ਕਰੂਗਾ। ਮਨਜੀਤ ਰਾਏ ਕਹਿੰਦੇ ਅੰਦੋਲਨ ਜਿੱਤਣ ਤੋਂ ਬਾਅਦ ਜ਼ਰੂਰੀ ਨਹੀਂ ਕਹਿੰਦੇ ਰਵਾਇਤੀ ਪਾਰਟੀਆਂ ਨੇ ਠੇਕਾ ਲਿਆ, ਕਹਿੰਦੇ ਮੋਰਚੇ 'ਚੋਂ ਵੀ ਇੱਕ ਪਾਰਟੀ ਨਿਕਲ ਸਕਦੀ ਹੈ, ਉੱਭਰ ਸਕਦੀ ਹੈ, ਪਰ ਅੰਦੋਲਨ ਜਿੱਤਣ ਤੋਂ ਬਾਅਦ। ਰਾਜੇਵਾਲ ਸਾਹਿਬ ਕਹਿੰਦੇ ਨੋ ਕਮੈਂਟਸ ਇਸ ਵਿਸ਼ੇ ਦੇ ਉੱਤੇ। ਇਹ ਨੋ ਕਮੈਂਟਸ ਤੇ ਅੰਦੋਲਨ ਜਿੱਤਣ ਤੋਂ ਬਾਅਦ ਦੀ ਗੱਲਾਂ ਤਾਂ ਕੀਤੀ ਜਾਂਦੀਆਂ, ਇਹ ਸਾਨੂੰ ਤਜਰਬਾ ਹੀ ਹੈ ਨਹੀਂ। ਸਾਨੂੰ ਤਜਰਬਾ ਅੰਦੋਲਨ ਚਲਾਉਣ ਦਾ। ਅੰਦੋਲਨ ਕਾਮਯਾਬ ਕਰਤਾ। ਬਾਬਾ ਜੀ ਨੇ ਸਾਡੇ ਤੇ ਸਿਰ ਤੇ ਹੱਥ ਰੱਖਿਆ ਵੀ ਆਪਾਂ ਇਹ ਕਾਮਯਾਬੀ ਲੈ ਕੇ ਜਾ ਰਹੇ ਹਾਂ ਤੇ ਕਾਮਯਾਬ ਹੋਏ ਆ। ਤੇ ਇਹ ਜਿਹੜੀਆਂ ਸਿਆਸਤ ਵਾਲੀ ਗੱਲਾਂ ਨੇ ਇਹ ਬੈਠਾਂਗੇ ਅਸੀਂ। ਮੈਂ ਪਹਿਲਾਂ ਕਹਿੰਦਾ ਵੀ ਇਹ ਜਿਹੜੀ ਸਾਡੀ ਸੰਯੁਕਤ ਮੋਰਚਾ ਬਣਿਆ ਜਾਂ 32 ਜਥੇਬੰਦੀਆਂ ਬਣੀਆਂ, ਇਹਦਾ ਏਕਾ ਰਹਿਣਾ ਬਹੁਤ ਜ਼ਰੂਰੀ ਹੈ। ਸਿਆਸਤ ਆਉਣਾ ਨਹੀਂ ਆਉਣਾ ਐਡਾ ਇੰਪੋਰਟੈਂਟ ਨਹੀਂ ਹੈ ਜਿੰਨਾ ਇੰਪੋਰਟੈਂਟ ਹੈ 32 ਜਥੇਬੰਦੀਆਂ ਇੱਕ ਹੋਣਾ। ਕਿਉਂਕਿ ਜਦੋਂ ਦੀਆਂ ਹੋਈਆਂ ਆਪਾਂ ਪੰਜਾਬ 'ਚ ਦੇਖਿਆ, ਆਏ ਤਾਂ ਦਿੱਲੀ ਦੇ ਬਰੂਹਾਂ ਤੇ ਆ, ਪਰ ਕੋਈ ਇਹੋ ਜਿਹਾ ਫੈਸਲਾ ਨਹੀਂ ਜਿਹੜੀ ਸਰਕਾਰ ਸਾਨੂੰ ਠੁਕਰਾ ਦੇ। ਕੋਈ ਇਹੋ ਜਿਹਾ ਕਾਲ ਨਹੀਂ ਹੈ ਜਿਹੜੀ ਲੋਕਾਂ ਨੇ ਨਾ ਮੰਨੀ ਹੋਵੇ। ਉਹ ਜ਼ਿਆਦਾ ਇੰਪੋਰਟੈਂਟ ਆ। ਲੋਕਾਂ ਦੇ ਦਿਲਾਂ 'ਚ ਵਸਣਾ ਜ਼ਿਆਦਾ ਇੰਪੋਰਟੈਂਟ ਆ। ਸਿਆਸਤ ਜਾਣਾ ਇੰਨਾ ਇੰਪੋਰਟੈਂਟ ਨਹੀਂ। ਸ਼ੁਕਰੀਆ ਜੀ, ਧੰਨਵਾਦ। ਧੰਨਵਾਦ। ਤਾਂ ਸੀਗੇ ਕਿਸਾਨ ਆਗੂ ਹਰਮੀਤ ਸਿੰਘ ਕਾਦੀਆਂ, ਕਹਿ ਰਹੇ ਨੇ ਸਿਆਸਤ ਜਾਣਾ ਇੰਪੋਰਟੈਂਟ ਨਹੀਂ ਆ, ਸਗੋਂ ਅੰਦੋਲਨ ਜਿੱਤਣਾ, ਲੋਕਾਂ ਦੇ ਦਿਲਾਂ 'ਚ ਵਸਣਾ ਜ਼ਿਆਦਾ ਇੰਪੋਰਟੈਂਟ ਆ। ਬੇਸ਼ੱਕ ਇੱਕ ਸਮਾਜਿਕ ਕ੍ਰਾਂਤੀ ਆਈ ਹੈ, ਰਾਜਨੀਤਿਕ ਕ੍ਰਾਂਤੀ ਦੀ ਲੋੜ ਹੈ, ਜਿਵੇਂ ਖੁੰਡਾਂ ਦੇ ਉੱਤੇ ਚਰਚਾ ਹੋਣ ਲੱਗੀ ਹੈ, ਪਰ ਪਹਿਲਾਂ ਅੰਦੋਲਨ ਜਿੱਤ ਲਈਏ, ਫਿਰ ਰਾਜਨੀਤੀ ਬਾਰੇ ਵੀ ਸੋਚਾਂਗੇ। ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਸਿੰਘੂ ਬਾਰਡਰ।